Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਉਹ ਹੈ ਵੀ ਜਿੱਥੇ ਆਪਾਂ ਆਪਣਾ ਪਿਛਲਾ ਲੈਕਚਰ ਖਤਮ ਕੀਤਾ ਸੀ ਵੀ ਤੁਸ਼ਟੀ ਗੁਣ ਦੀਆਂ ਕਿੰਨੀਆਂ ਕਿਸਮਾਂ ਜਿਹੜੀਆਂ ਨੇ ਉਹ ਹੋਇਆ ਕਰਦੀਆਂ ਨੇ। ਤਾਂ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਸੀ ਵੀ ਜਿਹੜਾ ਤੁਸ਼ਟੀ ਗੁਣ ਹੈ ਉਹਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ। ਆਰੰਭਿਕ ਤੁਸ਼ਟੀ ਗੁਣ, ਨੰਬਰ 2 ਕੁੱਲ ਤੁਸ਼ਟੀ ਗੁਣ ਤੇ ਨੰਬਰ 3 ਸੀਮਾਂਤ ਤੁਸ਼ਟੀ ਗੁਣ। ਅੱਜ ਆਪਾਂ ਇਹਨਾਂ ਤਿੰਨ ਕਿਸਮਾਂ ਜਿਹੜੀਆਂ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਤਾਂ ਆਪਾਂ ਆਪਣਾ ਪਹਿਲਾ ਜਿਹੜਾ ਹੈ ਉਹ ਤੁਸ਼ਟੀ ਗੁਣ ਦੀ ਕਿਸਮ ਜਿਹੜੀ ਹੈ ਉਹ ਦੇਖਦੇ ਹਾਂ। ਤਾਂ ਉੱਪਰ ਆਪਾਂ ਹੈਡਿੰਗ ਬਣਾਵਾਂਗੇ ਆਪਣਾ ਕੀ ਰਹੇਗਾ, ਤੁਸ਼ਟੀ ਗੁਣ ਦੀਆਂ ਕੀ ਹੋਣਗੀਆਂ ਕਿਸਮਾਂ। ਠੀਕ ਹੈ। ਤਾਂ ਜਿਹੜੀ ਤੁਸ਼ਟੀ ਗੁਣ ਦੀ ਪਹਿਲੀ ਕਿਸਮ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਿਆ ਸੀ, ਉਹਨੂੰ ਆਪਾਂ ਕਹਿੰਦੇ ਆ ਆਰੰਭਿਕ ਤੁਸ਼ਟੀ ਗੁਣ। ਆਰੰਭਿਕ ਤੁਸ਼ਟੀ ਗੁਣ ਕੀ ਚੀਜ਼ ਹੈ? ਹੁਣ ਪਹਿਲਾਂ ਤਾਂ ਆਪਾਂ ਨਾਮ ਤੋਂ ਕਲੀਅਰ ਕਰਾਂਗੇ। ਠੀਕ ਹੈ, ਹਰੇਕ ਚੀਜ਼ ਨੂੰ ਉਹਦੇ ਨਾਮ ਤੋਂ ਸਮਝਣਾ ਜਿਹੜਾ ਹੈ ਉਹ ਸ਼ੁਰੂ ਕਰ ਦਿਓ। ਮੈਂ ਆਪਣੇ ਪਿਛਲੇ ਚੈਪਟਰ ਦੇ ਵਿੱਚ ਵੀ ਜਦੋਂ ਉਤਪਾਦਨ ਸੰਭਾਵਨਾ ਵਕਰ ਤੇ ਅਰਥ ਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ ਉਹ ਕਰਾਈਆਂ ਸੀ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਹਰੇਕ ਚੀਜ਼ ਨੂੰ ਉਹਦੇ ਨਾਮ ਤੋਂ ਪਕੜਨਾ ਹੈ। ਠੀਕ ਹੈ, ਜੇ ਹਰੇਕ ਚੀਜ਼ ਨੂੰ ਉਹਦੇ ਨਾਮ ਤੋਂ ਪਕੜਨਾ ਸਮਝ ਗਏ ਤਾਂ ਸਾਰੇ ਟੌਪਿਕ ਜਿਹੜੇ ਨੇ ਉਹ ਕਲੀਅਰ ਹੋ ਜਾਣਗੇ। ਤਾਂ ਨਾਮ ਤੋਂ ਦੇਖੋ ਕੀ ਕਹਿੰਦਾ ਹੈ, ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਆਰੰਭਿਕ ਤੇ ਤੁਸ਼ਟੀ ਗੁਣ। ਸਭ ਤੋਂ ਪਹਿਲਾਂ ਦੇਖੋ ਵੀ ਤੁਸ਼ਟੀ ਗੁਣ ਜਿਹੜਾ ਹੈ ਉਹ ਕੀ ਹੈ। ਤਾਂ ਤੁਸ਼ਟੀ ਗੁਣ ਕੀ ਹੁੰਦਾ ਹੈ? ਕਿਸੇ ਵੀ ਚੀਜ਼ ਦੀ ਉਹ ਤਾਕਤ ਜਿਹਦੇ ਨਾਲ ਕੀ ਹੁੰਦਾ ਹੈ ਆਪਣੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਉਹਨੂੰ ਆਪਾਂ ਤੁਸ਼ਟੀ ਗੁਣ ਕਹਿੰਦੇ ਆ। ਕਹਿੰਦਾ ਹੁਣ ਜਿਹੜਾ ਤੁਸ਼ਟੀ ਗੁਣ ਹੈ ਉਹ ਕੀ ਹੈ? ਆਰੰਭਿਕ ਹੈ। ਆਰੰਭਿਕ ਕੀ ਹੁੰਦਾ ਹੈ? ਸ਼ੁਰੂਆਤੀ ਤੁਸ਼ਟੀ ਗੁਣ। मतलब शुरुआती क्या होया भी जिथों तुष्टि गुण मिलना शुरू होएगा। हुण ध्यान नाल सोचो भी अगर तुसी किसी भी चीज तो तुष्टि गुण लेना है, ठीक है, तुसी चाहते हो भी कोई चीज तुहाडी जरूरत जिहड़ी है उहनूं पूरा करे तां की करना पेगा? सब तो पहला उस चीज की वरतों करनी पेगी, तां ही तो तुहाडी जरूरत नूं पूरा करेगी। जे तुसी किसी चीज की वरतों ही नहीं कीती तां फिर तुहाडी लोड़ कित्थों पूरी होण लगी आ। जिवें आप एक बड़ी सिंपल जी एग्जांपल लेने, मान लो मैं इत्थे लिख देवां किसी भी वस्तु दियां इकाइयां लिख देवां। ठीक है, हुण इत्थे सोचो भी ये हैगा उस वस्तु दियां इकाइयां। हुण तुसी कोई भी वस्तु ले सकते हो। ठीक है, वस्तु कोई भी, मतलब जो मान लो आप कहिए भी आप रोटी की एग्जांपल ले लेने। ठीक है, आप की करते हैं होर सौखा कर लेने, इहनूं आप वस्तु का एक नाम ही दे देने। ठीक है, भी आप की कर रहे हैं ਆਪਾਂ ਨੇ ਕੋਲ ਹੈਗੀਆਂ ਨੇ ਰੋਟੀ ਦੀਆਂ ਇਕਾਈਆਂ। ਵੀ ਆਪਾਂ ਨੂੰ ਹੁਣ ਭੁੱਖ ਲੱਗੀ ਹੈ। ਠੀਕ ਹੈ, ਆਪਾਂ ਹੁਣ ਰੋਟੀ ਖਾਣੀ ਹੈ। ਹੁਣ ਸੋਚੋ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਰੋਟੀ ਖਾਊਂਗਾ ਤੇ ਕੀ ਹੋਊਗਾ? ਤੁਸ਼ਟੀ ਗੁਣ ਮਿਲੇਗਾ। ਐਵੇਂ ਹੋ ਗਿਆ। ਹੁਣ ਸੋਚੋ ਜੇ ਰੋਟੀ ਖਾਵਾਂਗਾ ਤਾਂ ਤੁਸ਼ਟੀ ਗੁਣ ਮਿਲੇਗਾ ਨਾ, ਮੈਂ ਤਾਂ ਰੋਟੀ ਖਾਧੀ ਨਹੀਂ। ਤਾਂ ਰੋਟੀ ਦੀਆਂ ਇਕਾਈਆਂ ਕਿੰਨੀਆਂ ਨੇ? 0। ਤਾਂ ਇੱਥੇ ਅਗਰ ਮੈਂ ਇਹ ਲਿਖਾਂ ਕਿ ਮੈਨੂੰ ਤੁਸ਼ਟੀ ਗੁਣ ਕਿੰਨਾ ਮਿਲੇਗਾ, कि मैं कितना मिलेगा? हुण सोचो जे मैं रोटी नहीं खाधी तो हाल तक मेरी लोड़ पूरी नहीं हुई, तो तुष्टि गुण कितना मिलेगा? 0, क्योंकि जे रोटी खाधी नहीं तो तुष्टि गुण तो मिलना ही नहीं हैगा। हुण की होया? हुण मान लो मेरी मम्मा ने मैनू पहली रोटी जिहड़ी है वो देती, तो आ गई मेरी रोटी नंबर 1। रोटी नंबर 1 आई, रोटी खाधी, तुहानू संतुष्टि मिलेगी। ठीक है, रोटी खा के वधिया लगेगा ना, भुख लगी है, रोटी खाधी वधिया लगेगा तो की होगा? वधिया लगेगा। तो फिर मैं पूछांगा भी हाँ भाई हुण तुसी रोटी खाधी है तो बोलो तुहानू पहली रोटी खा के किन्ना तुष्टि गुण मिलिया? तो की करोगे? हुण तुहाडे वास्ते किंदे विच? यूटिल दे विच ये दसना जरूरी है भी जदों भी तुसी वो पहली रोटी खाओगे तुहानू किन्ना तुष्टि गुण मिलेगा। मतलब मैं आधी गल करा, मैं कहूँगा अच्छा मैं पहली रोटी खाधी तो मैनू ना पहली रोटी तो 10 यूटिल तुष्टि गुण जिहड़ा है वो मिलिया। ठीक हो गया। तो हुण ये जिहड़ा तुष्टि गुण है 10, इहनूं मैं की कहांगा? इहनूं मैं कहांगा आरंभिक तुष्टि गुण। मतलब इथों मैनू तुष्टि गुण मिलना
शुरू होया है ਤਾਂ ਸ਼ੁਰੂ ਕਿੱਥੋਂ ਹੋਏਗਾ ਹਮੇਸ਼ਾ ਕਿਸੇ ਵੀ ਚੀਜ਼ ਦੀ ਪਹਿਲੀ ਇਕਾਈ ਤੋਂ ਤੇ ਸ਼ੁਰੂਆਤ ਤਾਂ ਪਹਿਲੇ ਤੋਂ ਹੀ ਹੋਣੀ ਹੈ ਤਾਂ ਆਰੰਭਿਕ ਤੁਸ਼ਟੀਗੁਣ ਕੀ ਹੁੰਦਾ ਹੈ ਕਿਸੇ ਵੀ ਵਸਤੂ ਦੀ ਪਹਿਲੀ ਇਕਾਈ ਦਾ ਉਪਭੋਗ ਕਰਨ ਨਾਲ ਆਪਾਂ ਨੂੰ ਜਿੰਨਾ ਵੀ ਤੁਸ਼ਟੀਗੁਣ ਮਿਲਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਆਰੰਭਿਕ ਤੁਸ਼ਟੀਗੁਣ ਜਿਹੜਾ ਹੈ ਉਹ ਕਹਿ ਦਿੰਦੇ ਆ ਤਾਂ ਹੁਣ ਅਗਰ ਆਪਾਂ ਨੂੰ ਦੀ ਪਰਿਭਾਸ਼ਾ ਦੇਣੀ ਪਵੇ ਆਰੰਭਿਕ ਤੁਸ਼ਟੀਗੁਣ ਕੀ ਹੁੰਦਾ ਹੈ ਤਾਂ ਕੀ ਲਿਖਾਂਗੇ ਆਪਾਂ ਲਿਖਾਂਗੇ ਕਿਸੇ ਵਸਤੂ ਜਾਂ सेवा क्योंकि जरा तुष्टिगुण है वो वस्तुओं तो भी मिलना है उस सेवावां तो भी मिलना है किसे वस्तु जा सेवा दी किनवी इकाई पहली ठीक है क्योंकि शुरुआत हमेशा पहले तो होनी है पहली इकाई दी वरतों करन नाल मिलन वाले तुष्टिगुण ठीक है नू आपां की कहने आ नू आरंभिक तुष्टिगुण कहा जाता है ठीक है ता किसी भी वस्तु दी पहली इकाई ਦਾ ਉਪਭੋਗ ਕਰਨ ਨਾਲ ਜੋ ਵੀ ਤੁਹਾਨੂੰ ਤੁਸ਼ਟੀਗੁਣ ਮਿਲੇਗਾ ਉਹਨੂੰ ਆਪਾਂ ਕੀ ਕਵਾਂਗੇ ਆਰੰਭਿਕ ਤੁਸ਼ਟੀਗੁਣ ਜਿਹੜਾ ਹੈ ਉਹ ਕਵਾਂਗੇ ਨਹੀਂ ਹੁਣ ਦੇਖੋ ਮੈਂ ਪਹਿਲੀ ਰੋਟੀ ਖਾਧੀ ਮੈਨੂੰ ਕਿੰਨਾ ਤੁਸ਼ਟੀਗੁਣ ਮਿਲਿਆ 10 ਇਹ ਤਾਂ ਮੈਨੂੰ 10 ਮਿਲਿਆ ਨਾ ਤੁਸੀਂ 15 20 22 28 50 ਜੋ ਮਰਜ਼ੀ ਲਿਖ ਸਕਦੇ ਹੋ ਤੁਹਾਡੀ ਮਰਜ਼ੀ ਹੈ ਕਿਉਂਕਿ ਜਿੰਨੀ ਭੁੱਖ ਆਪਾਂ ਨੂੰ ਜ਼ਿਆਦਾ ਲੱਗੀ ਹੋਏਗੀ ਨਾ ਆਪਾਂ ਨੂੰ ਉਨਾ ਹੀ ਤੁਸ਼ਟੀਗੁਣ ਜਿਹੜਾ ਉਹ ਕੀ ਹੋਊਗਾ ਜ਼ਿਆਦਾ ਮਿਲੇਗਾ ਤੇ ਜਿੰਨੀ ਭੁੱਖ ਘੱਟ ਲੱਗੀ ਹੋਊਗੀ ਉਹਨਾਂ ਤੁਸ਼ਟੀਗੁਣ ਕੀ ਹੋਊਗਾ ਘੱਟ ਲੱਗਿਆ ਹੋਊਗਾ ਤਾਂ ਹਰੇਕ ਬੰਦੇ ਨੂੰ ਭੁੱਖ ਵੱਖਰੀ ਵੱਖਰੀ ਲੱਗਦੀ ਹੈ ਤਾਂ ਕੀ ਹੋਊਗਾ ਹਰੇਕ ਵਿਅਕਤੀ ਨੂੰ ਜਿਹੜਾ ਪਹਿਲੀ ਇਕਾਈ ਤੋਂ ਮਿਲਣ ਵਾਲਾ ਤੁਸ਼ਟੀਗੁਣ ਹੈ ਉਹ ਵੀ ਕੀ ਹੋਏਗਾ ਵੱਖਰਾ ਵੱਖਰਾ ਜਿਹੜਾ ਹੈ ਉਹ ਹੋਏਗਾ ਠੀਕ ਹੈ ਤਾਂ ਇਹ ਸੀ ਆਪਣਾ ਪਹਿਲਾ ਤੁਸ਼ਟੀਗੁਣ ਜਿਹਨੂੰ ਆਪਾਂ ਕਹਿੰਦੇ ਆ ਆਰੰਭਿਕ ਤੁਸ਼ਟੀਗੁਣ दूसरा जड़ा तुष्टिगुण आंदा है ਉਹਨੂੰ ਆਪਾਂ ਕਹਿੰਦੇ ਆ ਕੁੱਲ ਤੁਸ਼ਟੀਗੁਣ ਠੀਕ ਹੈ ਹੁਣ ਕੁੱਲ ਤੁਸ਼ਟੀਗੁਣ ਕੀ ਹੈ ਹੁਣ ਦੇਖੋ ਵੀ ਆਪਾਂ ਜਦੋਂ ਵੀ ਰੋਟੀ ਖਾਂਦੇ ਆ ਆਪਾਂ ਕੋਈ ਇੱਕ ਰੋਟੀ ਤਾਂ ਖਾਂਦੇ ਨਹੀਂ ਹਨਾ ਹੁਣ ਆਮ ਤੌਰ ਤੇ ਬੜੇ ਘੱਟ ਲੋਕੀ ਅਜੇ ਹੋਣਗੇ ਜਿਹੜੇ ਕਹਿਣਗੇ ਨਾ ਜੀ ਅਸੀਂ ਤਾਂ ਇੱਕ ਰੋਟੀ ਖਾਂਦੇ ਆ ਅਸੀਂ ਤਾਂ ਦੂਜੀ ਰੋਟੀ ਕਦੇ ਖਾਧੀ ਨਹੀਂ ਤਾਂ ਇੱਕ ਰੋਟੀ ਖਾਓਗੇ ਤਾਂ ਤੁਹਾਨੂੰ ਕਿੰਨਾ ਤੁਸ਼ਟੀਗੁਣ ਮਿਲਿਆ ਸੀ 10 ਆਪਾਂ ਨੂੰ ਕੀ ਕਹਾਂਗੇ ਆਰੰਭਿਕ ਤੁਸ਼ਟੀਗੁਣ ਠੀਕ ਹੈ ਬਸ ਤੁਸੀਂ ਉਹ ਰੋਟੀ ਖਾਧੀ ਤਾਂ ਕੁੱਲ ਤੁਸ਼ਟੀਗੁਣ ਦਾ ਮਤਲਬ ਕੀ ਹੈ ਕਹਿੰਦਾ ਹੁਣ ਤੁਸ਼ਟੀਗੁਣ ਦਾ ਕੀ ਕਰਨਾ ਹੈ ਕੁੱਲ ਕੀ ਹੁੰਦਾ ਹੈ ਜੋੜ ਤੁਸ਼ਟੀਗੁਣ ਦਾ ਕੀ ਕਰਨਾ ਹੈ ਜੋੜ ਕਰਨਾ ਹੈ ਜੋੜ ਤਾਂ ਜਦੋਂ ਕੋਈ ਵਿਅਕਤੀ ਕਿਸੇ ਵੀ ਚੀਜ਼ ਦੀਆਂ ਜਿੰਨੀਆਂ ਵੀ ਇਕਾਈਆਂ ਵਰਤੋਂ ਵਿੱਚ ਲਿਆਉਂਦਾ ਠੀਕ ਹੈ ਹੁਣ ਭਾਵੇਂ ਇੱਕ ਰੋਟੀ ਖਾਵੇ ਭਾਵੇਂ 2 3 4 5 ਜਿੰਨੀਆਂ ਮਰਜ਼ੀ ਰੋਟੀਆਂ ਖਾਵੇ ਠੀਕ ਹੈ ਹੁਣ ਮੰਨ ਲਓ ਕਹਿੰਦਾ ਕਿ ਮੈਂ ਤਾਂ ਜੀ 5 ਰੋਟੀਆਂ ਖਾਣਾ 5 ਰੋਟੀਆਂ ਖਾ ਲੀਆਂ 5 ਰੋਟੀਆਂ ਖਾ ਕੇ ਉਹਨੂੰ ਸਾਰਿਆਂ ਤੋਂ ਜਿੰਨਾ ਤੁਸ਼ਟੀਗੁਣ ਮਿਲਿਆ ਅਗਰ ਆਪਾਂ ਸਾਰੇ ਤੁਸ਼ਟੀਗੁਣ ਨੂੰ ਕੀ ਕਰੀਏ ਜੋੜ ਦਈਏ ਤਾਂ ਉਹ ਕੀ ਹੋਊਗਾ ਉਹ ਆਪਣਾ ਕੁੱਲ ਤੁਸ਼ਟੀਗੁਣ ਜਿਹੜਾ ਹੈ ਉਹ ਹੋਏਗਾ ਹੁਣ ਕਿਵੇਂ ਹੋਏਗਾ ਦੇਖੋ ਆਪਾਂ ਹੁਣ ਕੁੱਲ ਤੁਸ਼ਟੀਗੁਣ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕਰਦੇ ਆ ਆਪਾਂ ਇੱਥੇ ਨਾ ਲਿਖ ਲੈਨੇ ਆ ਰੋਟੀ ਦੀਆਂ ਇਕਾਈਆਂ ਠੀਕ ਹੈ ਇੱਥੇ ਆਪਾਂ ਲਿਖ ਲੈਨੇ ਆ ਆਪਣਾ ਕੀ ਕੁੱਲ ਤੁਸ਼ਟੀਗੁਣ ਠੀਕ ਹੈ ਵੀ ਆਪਾਂ ਨੂੰ ਕਿੰਨਾ ਕੁੱਲ ਤੁਸ਼ਟੀਗੁਣ ਮਿਲੇਗਾ ਆਪਾਂ ਨੂੰ ਮਾਪਾਂਗੇ ਤਾਂ ਜਿਹੜਾ ਕੁੱਲ ਤੁਸ਼ਟੀਗੁਣ ਹੈ ਉਹਨੂੰ ਆਪਾਂ ਕਿੰਦੇ ਵਿੱਚ ਮਾਪਣਾ ਹੈ ਉਹਨੂੰ ਆਪਾਂ ਹਮੇਸ਼ਾ ਯੂਟਿਲ ਵਿੱਚ ਜਿਹੜਾ ਹੈ ਉਹ ਮਾਪਣਾ ਹੁਣ ਸੋਚੋ ਤੁਸੀਂ ਕੋਈ ਰੋਟੀ ਨਹੀਂ ਖਾਧੀ ਜੇ ਰੋਟੀ ਖਾਧੀ ਨਹੀਂ ਤਾਂ ਕੁੱਲ ਤੁਸ਼ਟੀਗੁਣ ਕਿੰਨਾ 0 ਪਹਿਲੀ ਰੋਟੀ ਖਾਧੀ ਤਾਂ ਤੁਸ਼ਟੀਗੁਣ ਕਿੰਨਾ 10 ਠੀਕ ਹੈ ਹੁਣ ਇਹੀ ਤੁਹਾਡਾ ਆਰੰਭਿਕ ਤੁਸ਼ਟੀਗੁਣ ਹੈ ਤੇ ਇਹੀ ਤੁਹਾਡਾ ਕੁੱਲ ਤੁਸ਼ਟੀਗੁਣ ਹੈ ਇੱਕ ਰੋਟੀ ਖਾਧੀ ਤਾਂ ਕਿੰਨਾ ਤੁਸ਼ਟੀਗੁਣ ਮਿਲੇਗਾ 10 ਤਾਂ ਕੀ ਹੋਊਗਾ ਉਹ ਤੁਹਾਡਾ ਕੁੱਲ ਤੁਸ਼ਟੀਗੁਣ ਜਿਹੜਾ ਹੈ ਉਹ ਹੋ ਜਾਏਗਾ ਸਪੋਜ਼ ਕਰੋ ਵੀ ਤੁਸੀਂ ਕੀ ਕੀਤਾ 2 ਰੋਟੀਆਂ ਖਾ ਲੀਆਂ ਦੂਜੀ ਰੋਟੀ ਖਾਧੀ ਹੁਣ ਕੀ ਹੋਊਗਾ ਹੁਣ ਪੇਟ ਹੋਰ ਜ਼ਿਆਦਾ ਭਰ ਜਾਊਗਾ ਤਾਂ ਤੁਸ਼ਟੀਗੁਣ ਵੱਧ ਗਿਆ ਨਾ ਹਨਾ ਕਿਉਂਕਿ ਇੱਕ ਰੋਟੀ ਖਾਧੀ ਤਾਂ ਪੇਟ ਉਹਨਾਂ ਨਹੀਂ ਭਰਿਆ ਹੋਊਗਾ ਜੇ 2 ਰੋਟੀਆਂ ਖਾਓਗੇ ਤਾਂ ਪੇਟ ਥੋੜਾ ਜ਼ਿਆਦਾ ਭਰ ਜਾਊਗਾ ਤਾਂ ਹੁਣ ਆਪਾਂ ਕਹਾਂਗੇ ਲੈ ਵੀ ਹੁਣ ਤੁਸ਼ਟੀਗੁਣ ਥੋੜਾ ਵੱਧ ਗਿਆ ਤਾਂ ਹੁਣ ਆਪਾਂ ਕੀ ਕਹਾਂਗੇ ਮੈਂ ਕਹਾਂਗਾ ਅੱਛਾ 2 ਰੋਟੀਆਂ ਖਾਵਾਂ ਨਾ ਤਾਂ 18 ਮਿਲਦਾ ਤਾਂ 18 ਕੀ ਹੋ ਜਾਊਗਾ ਕੁੱਲ ਤੁਸ਼ਟੀਗੁਣ ਹੋ ਜਾਊਗਾ ਮੰਨ ਲਓ ਇੱਕ ਬੰਦਾ ਕਹਿੰਦਾ ਮੈਂ ਤਾਂ 3 ਰੋਟੀਆਂ ਖਾਣਾ ਜੀ ਬਸ ਆਪਾਂ ਇਸ ਤੋਂ ਜ਼ਿਆਦਾ ਰੋਟੀਆਂ ਨਹੀਂ ਖਾ ਸਕਦੇ ਜੇ ਮੈਂ 3 ਰੋਟੀਆਂ ਖਾਣਾ ਨਾ ਤਾਂ ਮੈਨੂੰ 3 ਰੋਟੀਆਂ ਖਾ ਕੇ 24 ਤੁਸ਼ਟੀਗੁਣ ਮਿਲਦਾ ਤਾਂ ਮੈਂ ਕਹਾਂਗਾ ਕੁੱਲ ਤੁਸ਼ਟੀਗੁਣ ਕਿੰਨਾ 24 ਸਮਝ ਲੱਗ ਰਹੀ ਹੈ ਤਾਂ ਇਸ ਤਰ੍ਹਾਂ ਕੀ ਹੋਊਗਾ ਜਿਵੇਂ ਜਿਵੇਂ ਆਪਾਂ ਚੀਜ਼ਾਂ ਦਾ ਉਪਭੋਗ ਵਧਾਵਾਂਗੇ ਇੱਕ ਪੱਧਰ ਤੱਕ ਜਾ
जाके की होगा ਤੁਹਾਡਾ ਕੁੱਲ ਤੁਸ਼ਟੀ ਗੁਣ ਜਿਹੜਾ ਹੈ ਉਹ ਵਧੇਗਾ। ਹੁਣ ਕੀ ਹੋਊਗਾ ਅਗਰ ਮੈਂ ਇਹ ਕਹਿੰਦਾ ਕਿ ਮੈਂ ਕੀ ਕਰਾਂਗਾ ਮੈਂ ਤਾਂ ਸਿਰਫ 3 ਹੀ ਰੋਟੀਆਂ ਖਾਣਾ ਮੈਂ ਇਸ ਤੋਂ ਜ਼ਿਆਦਾ ਰੋਟੀਆਂ ਖਾ ਹੀ ਨਹੀਂ ਸਕਦਾ ਤਾਂ ਮੈਂ ਕਿੰਨਾ ਤੁਸ਼ਟੀ ਗੁਣ ਲੈ ਰਿਹਾ ਹੋਊਗਾ 24 ਤੁਸ਼ਟੀ ਗੁਣ ਕਿਹੜੀਆਂ ਕਿਵੇਂ ਮਿਲਿਆ ਹੋਏਗਾ ਦੇਖੋ ਪਹਿਲੀ ਰੋਟੀ ਤੋਂ ਕੋਈ ਤੁਸ਼ਟੀ ਗੁਣ ਮਿਲਿਆ ਫਿਰ ਕੁਝ ਦੂਜੀ ਤੋਂ ਮਿਲਿਆ ਹੋਏਗਾ ਫਿਰ ਤੀਜੀ ਤੋਂ ਮਿਲਿਆ ਹੋਏਗਾ ਮੈਂ ਕੀ ਕੀਤਾ ਤਿੰਨਾਂ ਦਾ ਜੋੜ ਕਰਤਾ ਜੋੜ ਕੀਤਾ ਤਾਂ ਕਿੰਨਾ ਆਇਆ 24 ਆ ਗਿਆ। ਹੁਣ ਕਿਵੇਂ ਆਇਆ ਸੋਚੋ ਜਿਹੜੀ ਪਹਿਲੀ ਰੋਟੀ ਸੀ ਉਹਨੂੰ ਤੋਂ ਮੈਨੂੰ ਕਿੰਨਾ ਤੁਸ਼ਟੀ ਗੁਣ ਮਿਲਿਆ ਸੀ 10 ਜਦੋਂ ਮੈਂ 2 ਰੋਟੀਆਂ ਖਾਧੀਆਂ 2 ਰੋਟੀਆਂ ਤੋਂ ਕਿੰਨਾ ਮਿਲਿਆ ਮੈਨੂੰ 18 ਇਹਦਾ ਮਤਲਬ ਇੱਕ ਰੋਟੀ ਜਿਹੜੀ ਪਹਿਲੀ ਖਾਧੀ ਸੀ ਉਹਨੂੰ ਤੋਂ ਮਿਲਿਆ 10 2 ਤੋਂ ਮਿਲਿਆ 18 ਇਹਦਾ ਮਤਲਬ ਦੂਜੀ ਰੋਟੀ ਤੋਂ ਕਿੰਨਾ ਮਿਲਿਆ ਹੋਊਗਾ। ਹੁਣ ਇਹ ਚੀਜ਼ ਥੋੜੀ ਜੀ ਆਪਾਂ ਧਿਆਨ ਨਾਲ ਸਮਝਣੀ ਹੈ ਠੀਕ ਹੈ। ਇੱਕ ਤਾਂ ਹੈ ਵੀ 2 ਰੋਟੀਆਂ ਖਾਣ ਤੇ ਕਿੰਨਾ ਤੁਸ਼ਟੀ ਗੁਣ ਮਿਲਿਆ ਤਾਂ 2 ਰੋਟੀਆਂ ਖਾਣ ਤੇ ਤਾਂ ਮਿਲਿਆ 18 ਇਹਦੇ ਤਾਂ ਕੋਈ ਸ਼ੱਕ ਨਹੀਂ ਪਰ ਮੈਂ ਪੁੱਛਾਂ ਵੀ 2 ਨਹੀਂ ਦੂਜੀ ਰੋਟੀ ਖਾਣ ਤੇ ਕਿੰਨਾ ਮਿਲਿਆ ਮੈਂ ਕਹਾਂਗਾ ਅੱਛਾ 2 ਤੋਂ ਮਿਲਿਆ 18 ਧਿਆਨ ਨਾਲ ਸਮਝੋ ਜਿਹੜਾ 2 ਹੈ ਇਹਦੇ ਤੋਂ ਕਿੰਨਾ ਮਿਲਿਆ 18 ਦੇਖੋ ਉਹ ਕਹਿੰਦਾ 2 ਚੋਂ 18 ਮਿਲਦਾ ਪਿਆ ਪਹਿਲੀ ਤੋਂ 10 ਮਿਲਦਾ ਪਿਆ ਸੀ ਇਹਦਾ ਮਤਲਬ ਦੂਜੀ ਤੋਂ ਕਿੰਨਾ ਮਿਲਿਆ ਹੋਊਗਾ 8 ਠੀਕ ਹੈ। ਹੁਣ ਉਹ ਕਹਿੰਦਾ ਵੀ 3 ਤੋਂ ਮਿਲਦਾ ਪਿਆ 24 2 ਰੋਟੀਆਂ ਖਾਧੀਆਂ ਸੀ ਤਾਂ 18 ਮਿਲਦਾ ਪਿਆ ਸੀ 3 ਰੋਟੀਆਂ ਤੋਂ ਮਿਲਦਾ ਪਿਆ 24 ਇਹਦਾ ਮਤਲਬ ਜਿਹੜੀ ਤੀਜੀ ਰੋਟੀ ਸੀ ਨਾ ਤੀਜੀ ਉਹਨੂੰ ਤੋਂ ਕਿੰਨਾ ਮਿਲਦਾ ਪਿਆ 6 ਬਸ ਮੈਂ ਕਹਾਂਗਾ ਆਪਾਂ 3 ਰੋਟੀਆਂ ਖਾ ਕੇ ਕੀਆਂ ਸੰਤੁਸ਼ਟਾ ਆਪਾਂ ਹੋਰ ਰੋਟੀਆਂ ਨਹੀਂ ਖਾਣਾ ਚਾਹੁੰਦੇ ਮਤਲਬ ਕੀ ਹੋਊਗਾ ਮੈਂ 3 ਰੋਟੀਆਂ ਤੇ ਕੀ ਹੋ ਜਾਵਾਂਗਾ ਸੰਤੁਲਨ ਦੇ ਵਿੱਚ ਹੋ ਜਾਵਾਂਗਾ ਯਾਨੀ ਕੀ ਹੋਏਗਾ ਆ ਜਿਹੜਾ ਪੁਆਇੰਟ ਹੈ ਇਹ ਮੇਰੇ ਸੰਤੁਲਨ ਦਾ ਪੁਆਇੰਟ ਜਿਹੜਾ ਹੈ ਉਹ ਕੀ ਹੋਏਗਾ ਬਣ ਜਾਏਗਾ ਠੀਕ ਹੈ। ਗੱਲ ਕਲੀਅਰ ਹੋਗੀ। ਤਾਂ ਅਗਰ ਆਪਾਂ ਪਤਾ ਲਗਾਣਾ ਹੈ ਵੀ ਆਪਾਂ ਨੂੰ ਕੁੱਲ ਤੁਸ਼ਟੀ ਗੁਣ ਜਿਹੜਾ ਹੈ ਉਹ ਕਿੰਨਾ ਮਿਲ ਰਿਹਾ ਹੈ ਤਾਂ ਕਿਵੇਂ ਪਤਾ ਲੱਗੇਗਾ ਤੁਸੀਂ ਇਹ ਦੇਖੋ ਵੀ ਜਿਹੜੀ ਪਹਿਲੀ ਚੀਜ਼ ਖਾਧੀ ਠੀਕ ਹੈ ਉਹਦੇ ਤੋਂ ਕਿੰਨਾ ਤੁਸ਼ਟੀ ਗੁਣ ਮਿਲਿਆ 10 ਦੂਜੀ ਖਾਧੀ ਕਿੰਨਾ ਮਿਲਿਆ 8 ਇਹਨਾਂ ਦੋਵਾਂ ਨੂੰ ਜਿਹੜਾ ਕੀ ਕਰਨਾ ਹੈ ਆਪਾਂ ਜੋੜ ਦੇਣਾ ਤਾਂ 10 ਤੇ 8 ਕਿੰਨਾ ਹੋ ਗਿਆ 18 ਤਾਂ ਮੈਂ ਕਹਾਂਗਾ ਵੀ 2 ਰੋਟੀਆਂ ਖਾ ਕੇ ਕਿੰਨਾ ਮਿਲਿਆ 18 ਯੂਟਿਲ ਤੁਸ਼ਟੀ ਗੁਣ ਜਿਹੜਾ ਹੈ ਉਹ ਮਿਲਿਆ। ਹੁਣ ਮੈਂ ਕਹਾਂ ਮੈਂ ਕੀਤਾ ਹੁਣ ਮੈਂ ਤੀਜੀ ਰੋਟੀ ਖਾ ਲਈ ਹੁਣ ਜਿਹੜਾ ਜੋੜ ਲਾਣਾ ਹੈ ਉਹ 2 ਦਾ ਨਹੀਂ ਲਾਣਾ ਉਹ ਕਿੰਨੇ ਦਾ ਲਾਣਾ ਹੈ 3 ਦਾ ਲਾਣਾ ਹੁਣ 3 ਦਾ ਜੋੜ ਲਾਓ 10 8 6 ਤਾਂ 10 ਤੇ 8 18 18 ਤੇ 6 24 ਯਾਨੀ ਹੁਣ 3 ਰੋਟੀਆਂ ਖਾ ਕੇ ਕਿੰਨਾ ਤੁਸ਼ਟੀ ਗੁਣ ਮਿਲ ਗਿਆ 24 ਅਗਰ 4 ਖਾਓਗੇ ਤਾਂ ਚੌਥੀ ਤੋਂ ਵੀ ਕੁਝ ਨਾ ਕੁਝ ਤੁਸ਼ਟੀ ਗੁਣ ਮਿਲੂਗਾ ਉਹਨੂੰ ਵੀ ਜੋੜ ਦਿਆ ਜੇ 5 ਖਾਓਗੇ ਤਾਂ ਪੰਜਵੀਂ ਤੋਂ ਮਿਲੇਗਾ ਉਹਨੂੰ ਵੀ ਜੋੜ ਦਿਆ ਜੇ। ਤਾਂ ਕੁੱਲ ਤੁਸ਼ਟੀ ਗੁਣ ਕੀ ਚੀਜ਼ ਹੈ ਵੀ ਇੱਕ ਉਪਭੋਗਤਾ ਜਿਹੜਾ ਹੈ ਉਹ ਜਿੰਨੀਆਂ ਵੀ ਚੀਜ਼ਾਂ ਦੀ ਵਰਤੋਂ ਕਰਦਾ ਹੈ ਠੀਕ ਹੈ। ਵਰਤੋਂ ਕਰਨ ਦਾ ਮਤਲਬ ਕੀ ਹੈ ਵੀ ਇੱਥੇ ਤਾਂ ਮੈਂ ਰੋਟੀ ਦੀ ਐਗਜ਼ਾਮਪਲ ਲਈ ਹੈ ਕੋਈ ਹੋਰ ਚੀਜ਼ ਵੀ ਵਰਤੋਂ ਕਰ ਸਕਦਾ ਹੈ ਮੰਨ ਲਓ ਪਾਣੀ ਪੀਂਦਾ ਪਿਆ ਠੀਕ ਹੈ ਉਹਦੇ ਤੋਂ ਤੁਸ਼ਟੀ ਗੁਣ ਮਿਲ ਸਕਦਾ ਹੈ। ਮੰਨ ਲਓ ਰੋਟੀ ਖਾ ਰਿਹਾ ਹੈ ਮੰਨ ਲਓ ਸ਼ੇਕ ਪੀ ਰਿਹਾ ਹੈ ਮੰਨ ਲਓ ਜੂਸ ਪੀ ਰਿਹਾ ਹੈ ਕੁਝ ਵੀ ਹੋ ਰਿਹਾ ਹੈ ਤਾਂ ਜਿੰਨੀਆਂ ਵੀ ਚੀਜ਼ਾਂ ਦੀ ਉਹ ਵਰਤੋਂ ਕਰਦਾ ਹੈ ਅਗਰ ਆਪਾਂ ਉਹ ਸਾਰੀਆਂ ਚੀਜ਼ਾਂ ਠੀਕ ਹੈ ਜਿੰਨੀਆਂ ਵੀ ਇਕਾਈਆਂ ਦੀ ਉਹ ਵਰਤੋਂ ਕਰਦਾ ਹੈ ਅਗਰ ਆਪਾਂ ਹਰੇਕ ਇਕਾਈ ਤੋਂ ਮਿਲਣ ਵਾਲੇ ਹਰੇਕ ਇਕਾਈ ਮਤਲਬ ਪਹਿਲੀ ਤੋਂ 10 ਮਿਲਿਆ ਦੂਜੀ ਤੋਂ 8 ਮਿਲਿਆ ਤੀਜੀ ਤੋਂ 6 ਮਿਲਿਆ ਅਗਰ ਇਹਨਾਂ ਦਾ ਆਪਾਂ ਜੋੜ ਲਾਉਂਦੇ ਜਾਈਏ ਤਾਂ ਕੀ ਬਣ ਜਾਏਗਾ ਉਹ ਆਪਣਾ ਕੁੱਲ ਤੁਸ਼ਟੀ ਗੁਣ ਜਿਹੜਾ ਹੈ ਉਹ ਬਣ ਜਾਏਗਾ। ਤਾਂ ਇਹ ਹੋ ਗਿਆ ਆਪਣੇ ਤੁਸ਼ਟੀ ਗੁਣ ਦੀ ਦੂਜੀ ਕਿਸਮ ਜਿਹਨੂੰ ਆਪਾਂ ਕਹਿੰਦੇ ਆ ਕੁੱਲ ਤੁਸ਼ਟੀ ਗੁਣ। ਕੁੱਲ ਤੁਸ਼ਟੀ ਗੁਣ ਕੀ ਹੈ ਕਿ ਇੱਕ ਉਪਭੋਗਤਾ ਕਿਸੇ ਵਸਤੂ ਦੀਆਂ ਜਿੰਨੀਆਂ ਵੀ ਇਕਾਈਆਂ ਠੀਕ ਹੈ ਉਹ ਭਾਵੇਂ 2 ਵਰਤੇ 4 ਵਰਤੇ 6 ਵਰਤੇ ਠੀਕ ਹੈ ਜਿੰਨੀਆਂ ਵੀ ਇਕਾਈਆਂ ਦੀ ਵਰਤੋਂ ਕਰੇਗਾ ਉਹਨਾਂ ਸਾਰੀਆਂ ਇਕਾਈਆਂ ਤੋਂ ਜੋੜ ਕਰਕੇ ਉਹਨੂੰ ਕਿੰਨਾ ਤੁਸ਼ਟੀ ਗੁਣ ਮਿਲੇਗਾ ਉਹਨੂੰ ਆਪਾਂ ਕੁੱਲ ਤੁਸ਼ਟੀ ਗੁਣ ਜਿਹੜਾ ਹੈ ਉਹ ਕਹਿ ਦਿਆਂਗੇ ਠੀਕ ਹੈ। ਹੁਣ ਆਪਾਂ ਆਨੇ ਆ ਜਿਹੜਾ ਤੁਸ਼ਟੀ ਗੁਣ ਹੈ ਉਹਦੀ ਤੀਸਰੀ ਕਿਸਮ ਤੇ ਠੀਕ ਹੈ। ਹੁਣ ਜੇ ਆ ਤੀਜੀ ਕਿਸਮ ਵੀ ਤੁਹਾਨੂੰ ਸਮਝ ਲੱਗ ਗਈ ਤਾਂ ਕੀ ਹੋਊਗਾ ਤੁਹਾਨੂੰ ਪੂਰਾ ਦਾ ਪੂਰਾ ਚੈਪਟਰ ਜਿਹੜਾ ਹੈ ਉਹ ਆਪਣੇ ਆਪ ਸਮਝ ਲੱਗ ਜਾਏਗਾ ਅੱਗੇ ਆਪਾਂ ਨੂੰ ਜ਼ਿਆਦਾ ਮਿਹਨਤ ਜਿਹੜੀ ਹੈ ਉਹ ਕਰਨ ਦੀ ਲੋੜ ਨਹੀਂ ਪਏਗੀ ਠੀਕ ਹੋ ਗਿਆ। ਤਾਂ ਹੁਣ ਆਪਣੇ ਸਾਹਮਣੇ ਹੈ ਤੁਸ਼ਟੀ ਗੁਣ ਦੀ ਤੀਸਰੀ ਕਿਸਮ ਜਿਹਨੂੰ ਆਪਾਂ ਕਹਿੰਦੇ ਆ ਸੀਮਾਂਤ ਤੁਸ਼ਟੀ ਗੁਣ ਠੀਕ ਹੈ। ਹੁਣ ਸੀਮਾਂਤ ਤੁਸ਼ਟੀ ਗੁਣ ਕੀ ਚੀਜ਼ ਹੈ ਦੇਖੋ ਫਿਰ 2 ਸ਼ਬਦਾਂ ਤੋਂ ਮਿਲ ਕੇ ਬਣਿਆ ਇੱਕ ਹੈ ਸੀਮਾਂਤ ਤੇ ਇੱਕ ਹੈ ਤੁਸ਼ਟੀ ਗੁਣ। ਹੁਣ 2 ਸ਼ਬਦਾਂ ਨੂੰ ਅਲੱਗ-ਅਲੱਗ ਕਰੋ। ਤੁਸ਼ਟੀ ਗੁਣ ਆਪਾਂ ਨੂੰ ਪਤਾ ਹੈ ਕੀ ਚੀਜ਼ ਹੁੰਦੀ ਹੈ
ਆਪਾਂ ਮਤਲਬ ਕਿੰਦਾ ਸਮਝਣਾ ਹੈ, ਆਪਾਂ ਮਤਲਬ ਸਮਝਣਾ ਹੈ ਸੀਮਾਂਤ ਦਾ, ਵੀ ਸੀਮਾਂਤ ਕੀ ਚੀਜ਼ ਹੁੰਦੀ ਹੈ। ਹੁਣ ਕਰਨਾ ਇਹ ਹੈ ਵੀ ਜੋ ਵੀ ਆਪਣਾ ਸ਼ਬਦ ਸੀਮਾਂਤ ਹੈ, ਆਪਾਂ ਹੁਣ ਉਹਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕਰ ਲੈਣਾ। ਵੀ ਸੀਮਾਂਤ ਦਾ ਮਤਲਬ ਆ ਹੁੰਦਾ ਹੈ, ਕਿਉਂ? ਕਿਉਂਕਿ ਇਸ ਤੋਂ ਬਾਅਦ ਕਈ ਚੈਪਟਰ ਅਜੇ ਆਉਣਗੇ ਜਿਨ੍ਹਾਂ ਦੇ ਵਿੱਚ ਇਹ ਸੀਮਾਂਤ ਸ਼ਬਦ ਜਿਹੜਾ ਹੈ ਨਾ ਇਹਦੀ ਵਰਤੋਂ ਹੋਏਗੀ। ਜਿਵੇਂ ਆਪਣੇ ਕੋਲ ਆਏਗਾ सीमांत उत्पादन, सीमांत आमदन, सीमांत लागत, ठीक है, बड़े सारे सीमांत अपने को जड़ा है वो आएंगे। तो हरेक थां ते जड़ा सीमांत का मतलब है वो तो सेम ही होएगा, क्योंकि जे शब्द सेम है सीमांत तो फिर उनका मीनिंग भी हरेक थां ते की होएगा, सेम ही होएगा। तो आपां हुणे मीनिंग क्लियर कर लेने आ सीमांत दा, ताकि अगे जाके आपको समस्या जड़ी है वो ना आवे। तो सीमांत का मतलब हुंदा है एक होर। सीमांत का मतलब की हुंदा है, सीमांत का मीनिंग लिख लो हमेशा, सीमांत की हुंदा है एक होर, ठीक है। हुण कहंदा है एक होर तुष्टिगुण। एक होर तुष्टिगुण की होया भी तुसी इस टाइम ठीक है तुसी की कर रहे हो, किसी चीज दियां कुछ इकाइयां दी वरतों करते पे हो। जे मान लो आपां हुणे एग्जांपल है भी आपां रोटियां खा रहे हां, तां ओ कहंदा है भी इस टाइम तुसी की करदे पे हो, दो रोटियां खांदे पे हो, ठीक है। तां दो रोटियां खा के तुहानू जेड़ा कुल तुष्टिगुण मिलदे है, ठीक है। इत्थे की हो गईयां, इत्थे हो गईयां रोटी दियां इकाइयां, इधर मैं लिखण लग्या कुल तुष्टिगुण, ठीक है। ਤਾਂ ਉਹ ਕਹਿੰਦਾ ਵੀ ਤੁਸੀਂ ਦੋ ਰੋਟੀਆਂ ਇਸ ਟਾਈਮ ਖਾ ਰਹੇ ਹੋ। ਤੁਸੀਂ ਕਿਹਾ ਵੀ ਪਹਿਲੀ ਰੋਟੀ ਖਾਧੀ ਸੀ ਤਾਂ ਮੈਨੂੰ 10 ਤੁਸ਼ਟੀਗੁਣ ਮਿਲਿਆ ਸੀ, ਦੂਜੀ ਖਾਧੀ ਸੀ ਤਾਂ ਮੈਨੂੰ 8 ਮਿਲਿਆ ਸੀ। ਤਾਂ ਦੋ ਰੋਟੀਆਂ ਦਾ ਤੁਸ਼ਟੀਗੁਣ ਅਗਰ ਮੈਂ ਜੋੜਤਾ ਤਾਂ 10 ਤੇ 8 ਕਿੰਨਾ ਹੋ ਗਿਆ 18। ਤਾਂ ਇਸ ਟਾਈਮ ਦੋ ਰੋਟੀਆਂ ਤੋਂ ਮੈਨੂੰ ਕੁੱਲ ਤੁਸ਼ਟੀਗੁਣ ਜਿਹੜਾ ਹੈ ਉਹ ਕਿੰਨਾ ਮਿਲ ਰਿਹਾ ਹੈ 18, ਠੀਕ ਹੈ। ਇਸ ਟਾਈਮ ਤੁਸੀਂ ਇਸ ਹਾਲਤ 'ਚ ਬੈਠੇ ਹੋ भी दो रोटियां खा के 18 तुष्टिगुण जड़ा है वो तुसी प्राप्त कर रहे हो। मैं क्या भी हुण मैं की पता लगाना है, सीमांत तुष्टिगुण जड़ा है उनका पता लगाना है, ठीक है। हुण सीमांत तुष्टिगुण जो कहंदा है कि जिन्नियां रोटियां तुसी इस टाइम खा रहे हो, किन्नियां खा रहे हो दो, वो कहंदा हुण एक होर रोटी खा, मतलब रोटियां हुण दो दी बजाय 3 कर लै। तो हुण मैं रोटियां खाऊंगा 3। ਹੁਣ ਮੈਨੂੰ ਪੁੱਛੇਗਾ ਹੁਣ ਦੱਸ ਵੀ 3 ਰੋਟੀਆਂ ਖਾ ਰਹੇ ਹੈ ਤਾਂ 3 ਰੋਟੀਆਂ ਖਾ ਕੇ ਤੈਨੂੰ ਕਿੰਨਾ ਤੁਸ਼ਟੀਗੁਣ ਮਿਲਦਾ ਪਿਆ। ਮੈਂ ਕਹਾਂਗਾ 3 ਤੋਂ ਮਿਲਦਾ ਪਿਆ 24, ਠੀਕ ਹੈ। ਉਹ ਕਹੇਗਾ ਅੱਛਾ ਠੀਕ ਹੈ, ਇੱਥੇ ਲਿਖ ਲਓ ਫਿਰ 24, ਠੀਕ ਹੋ ਗਿਆ। ਵੀ 2 ਰੋਟੀਆਂ ਖਾਈਆਂ ਸੀ ਤਾਂ 18 ਤੁਸ਼ਟੀਗੁਣ ਮਿਲਦਾ ਪਿਆ, 3 ਰੋਟੀਆਂ ਖਾਈਆਂ ਤਾਂ 24 ਤੁਸ਼ਟੀਗੁਣ ਮਿਲਦਾ ਪਿਆ। ਉਹ ਕਹਿੰਦਾ ਇਹਦਾ ਮਤਲਬ ਵੀ ਜੇ ਤੇਰੀ ਇੱਕ ਰੋਟੀ ਹੋਰ ਖਾਧੀ, पहला किन्नियां खा रहा सी 2, हुण किन्नियां खा रहा 3, वो कहंदा एक रोटी होर खाधी तां तेरा जेड़ा कुल तुष्टिगुण है पहला सी 18 हुण हो गया 24, किन्ना बदलिया मैं कहांगा 6। तो कहंदा बस फिर ये 6 जेड़ा है ये की है, ये सीमांत तुष्टिगुण है। सीमांत तुष्टिगुण की होगा भी जिन्नियां भी इकाइयां दा तुसी इस टाइम उपभोग कर रहे हो, तुसी की करना है एक इकाई का उपभोग की करना है होर करना है, ठीक है। जिन्नियां कर रहे हो तो कर ही रहे हो, एक इकाई का उपभोग होर करना है, ठीक है। हुण जे एक इकाई का उपभोग होर करोगे तो उन्हां की होगा जेड़ा तुहाडा कुल तुष्टिगुण है वो की होएगा बदल जाएगा, ठीक है। तो हुण पहला सी 18 हुण कितना हो गया 24, कितना बदलिया 6। तो ये चीज का आंसर अपना 6 आया। ये 6 ਨੂੰ ਆਪਾਂ ਕੀ ਕਵਾਂਗੇ, ਇਹਨੂੰ ਆਪਾਂ ਕਵਾਂਗੇ सीमांत तुष्टिगुण, ठीक है। तो सीमांत तुष्टिगुण की परिभाषा की होएगी, वो कहता है सीमांत तुष्टिगुण जिहड़ा है किसी वस्तु की एक होर इकाई का उपभोग करन नाल कुल तुष्टिगुण विच होने वाला बदलाव है, ठीक है। जिन्ना बदलाव आएगा वो बदलाव मापो, वो की हो जाएगा वो सीमांत तुष्टिगुण जिहड़ा है वो हो जाएगा। हुण इहदा फार्मूला ਆਪਾਂ लिख लेने आ। तो फार्मूला है इहदा MU, ठीक है। M क्यों, क्योंकि जिहड़ा सीमांत है ਉਹਨੂੰ ਆਪਾਂ ਕਹਿੰਦੇ ਆ ਮਾਰਜਨਲ, ਜਿਹੜਾ ਤੁਸ਼ਟੀਗੁਣ ਹੈ ਉਹਨੂੰ ਆਪਾਂ ਕਹਿੰਦੇ ਆ ਯੂਟਿਲਿਟੀ, ਠੀਕ ਹੈ। ਤਾਂ ਸੀਮਾਂਤ ਦਾ ਮਾਰਜਨਲ ਤੋਂ ਕੀ ਲੈ ਲਿਆ M, ਤੁਸ਼ਟੀਗੁਣ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਯੂਟਿਲਿਟੀ, ਤਾਂ ਯੂਟਿਲਿਟੀ ਤੋਂ ਕੀ ਲੈ ਲਿਆ U, ਠੀਕ ਹੈ। ਤਾਂ ਇੱਥੇ ਕੀ ਹੋ ਗਿਆ N,
n मतलब भी तुसी केड़ी इकाई दा जड़ा है सीमांत तुष्टिगुण पता करना चाहते हो। ठीक है, किवें हुणे आपां पता लगाने आ तां आपां इत्थे लिखांगे tu t t की हुंदा है टोटल, ठीक है, u मतलब यूटिलिटी, ठीक है, तां कुल तुष्टिगुण, ठीक है, कुल ਨੂੰ ਇੰਗਲਿਸ਼ ਕੀ ਕਹਿੰਦੇ ਨੇ ਟੋਟਲ, ਤੁਸ਼ਟੀਗੁਣ ਨੂੰ ਕੀ ਕਹਿੰਦੇ ਨੇ यूटिलिटी। ਤਾਂ ਟੋਟਲ ਦਾ t ਲੈ ਲਿਆ, यूटिलिटी ਦਾ u ਲੈ ਲਿਆ, ਇੱਥੇ ਹੋ ਗਿਆ n, फिर आप लाया माइनस का निशान, फिर आप लिखा tu, फिर हुण आपां n तो लिखिया -1 लिखता। ठीक है, एक ही है अपना सीमांत तुष्टिगुण दा फार्मूला है। हुणे क्यों बनया आपां हुण देखदे हां। आपां इत्थे लिखता mu यानी कि सीमांत तुष्टिगुण। वो पूछेगा केड़ी इकाई दा सीमांत तुष्टिगुण पता करना है। ठीक है, n मतलब केड़ी इकाई दा, मैं कहूंगा मैं पता करना है जी तीजी इकाई दा, भी जी मैं तीजी रोटी खाधी, वो तीजी रोटी खान ते मैनू कितना सीमांत तुष्टिगुण मिलिया, तो n कितना हो गया 3। वो कहता अच्छा ऐ कर फिर तू ना tu यानी कि कुल तुष्टिगुण पता लिया किंदा n दा। हुण देखो इधर n मैं कितना लिखा है 3, तो फिर इधर भी कितना लिखना पड़ेगा 3। तो कहना ऐ कर पहला ना तू 3 इकाइयां दा कुल तुष्टिगुण पता कर। तो मैं वेख्या भी 3 इकाइयां दा कुल तुष्टिगुण कितना है 24। तो मैं इत्थे कितना लिखता 24 माइनस, फिर कहता कुल तुष्टिगुण पता करके लिया किस चीज दा n, n कितना है 3। 3 दे विचों ने की कीता 1 घटा दिता, 1 घटावा 3 चों 1 घटिया तो की हो गया 2। तो हुण कुल तुष्टिगुण किंदा 2 इकाइयां दा, तो 2 इकाइयां दा कुल तुष्टिगुण कितना है 18। तो माइनस कितना हो गया 18, तो आंसर कितना आ गया 6। तो जेड़ा 6 है वो की है वो तीजी इकाई दा सीमांत तुष्टिगुण जेड़ा है वो हो जाएगा। मैंने आपां की करांगे तीजी इकाई दा कुल तुष्टिगुण पता करांगे, दूजी इकाई दा कुल तुष्टिगुण पता करांगे, तीजी दे विचों दूजी माइनस कर देंगे। ठीक है, पर कई बार की होएगा तुहानू एवें नहीं दिता होना, तुहानू कहेगा भी कुल तुष्टिगुण पता है तुहानू किनवा 8वीं इकाई दा, तुसीं 8 इकाइयां दा भोग कीता, 8 इकाइयां दा भोग करन नाल कुल तुष्टिगुण मिलिया तुहानू 60। जदों तुसीं 5 इकाइयां दा भोग कीता सी 5 दा, उदों तुहानू जेड़ा तुष्टिगुण है उदों मान लो एवें कुछ भी आपां वैल्यू जेड़ी है वो पुट कर सकदे हां। कहंदा उदों मान लो मिलिया सी 39, कहंदा हुण 8वीं दा सीमांत तुष्टिगुण पता करो। ठीक है, हुण 8वीं दा सीमांत तुष्टिगुण किवें पता लगूगा, हुण इत्थे वेखो अगर आपां इस इक्वेशन दे विच वैल्यू पुट करिए, हुण आपां सीमांत तुष्टिगुण किंदा पता करना है 8वें दा, तो n दी थां ते की पुट करता 8। तो इधर कुल तुष्टिगुण की हो गया 8 दा, 8 दा कुल तुष्टिगुण तो मैनू पता है कितना है 60 माइनस कहंदा है कुल तुष्टिगुण n, n कितना है 8, 8 दे विचों 1 घटाया कितना 7। कहंदा हुण 7वीं इकाई दा कुल तुष्टिगुण दसो, वो तो मैनू पता ही नहीं। क्यों नहीं पता, क्योंकि मैंने तो 5वीं इकाई दा दिता होया है। फिर अपना ये फार्मूला जोड़ा है वो की हो जाऊगा फेल हो जाऊगा। ठीक है, क्यों फेल हो जाएगा, क्योंकि ये उदों लगेगा जदों आपां नूं 2 लगातार इकाइयां दा जिहड़ा कुल तुष्टिगुण है वो पता होएगा। पर जे मान लो इस तरह आ जाए फिर ये सिस्टम फेल। फिर आपां की करांगे, फिर आपां कहांगे कुल तुष्टिगुण किंदे बराबर है डेल्टा। आ जे आपां त्रिकोण जी बनाइए ना, इहनूं आपां की कहने आ डेल्टा, डेल्टा tu बटा डेल्टा क्यू। ठीक है, ता डेल्टा tu, tu की हुंदा है कुल तुष्टिगुण, डेल्टा की होया बदलाव। वो कहता पहला ते वेखो भी कुल तुष्टिगुण दे विच कितना बदलाव आया। ता हुण देखो पहला 39 सी, हुण कितना हो गया 60, कितना बदलाव आया 21 दा। ता मैं इत्थे की लिखता 21, कुल तुष्टि च कितना बदलाव आया 21 दा। हुण कहता डेल्टा क्यू, क्यू का मतलब है भी जिहड़ियां इकाइयां तो भोग कर रहे सी उहदे च किन्ने दा बदलाव आया। मैं कहूं लिखो जी पहला 5 करदे पे सी, हुण 8 करदे पे आ, तां 5 तो 8 होए किन्ने बदले 3, तो बटा कितना हो गया 3, तां सीमांत तुष्टिगुण कितना हो गया 7। यानी जे तां तुहानू इकाइयां जिहड़ियां ने वो लगातार दित्तियां होईयां ने फिर ये वाला फार्मूला लावांगे, जे इकाइयां लगातार नहीं दित्तियां होईयां फिर आपां ये वाला फार्मूला जिहड़ा है वो ला लवांगे। ठीक हो गया, गल समझ लग गई। हुण आपां सीमांत तुष्टिगुण जिहड़ा है ओनू आपां एक होर तरीके नाल भी जिहड़ा है वो दिखाने आ। तां हुण आपां की करन जा रहे हां, एक टेबल बनावांगे, उस टेबल दे विच आपां की करांगे, आपां ना उहदे ते आपां
तीन चीज़ां पता करांगे। आपां सब तो पहला एक खाना बनाने हाँ, उन्होंने आपां कहने हाँ वस्तु दियां इकाइयां, भी जिहड़ी भी तुसी वस्तु भोग कर रहे हो उनदियां इकाइयां। इत्थे आपां एक कॉलम होर बना लैने आ जिहड़ा आपां कहने आ कुल तुष्टिगुण। ठीक है, एक कॉलम होर बना लैने आ जिहड़े आपां कहने आ सीमांत तुष्टिगुण। हुण आपां सारिਆਂ ਨੂੰ इकट्ठा दिखावांगे। ठीक है, मान लो कि मैं कोई इकाई का भोग नहीं किया, ठीक है, तो वस्तु दी इकाइयां कितनियां हो गईयां 0, तो फिर कुल तुष्टिगुण भी कितना होगा 0। ठीक है, सीमांत तुष्टिगुण की है वो कहता है एक होर इकाई का भोग करन नाल कुल तुष्टिगुण च कितना बदलाव आंदा है, वो बदलाव सीमांत है। वो कहता है एक होर इकाई का भोग करन नाल ना हाले तो मैं एक का ही भोग नहीं किया तो एक होर कित्थों आ जूगी, तो सीमांत आपां डैश मार देंगे भी सीमांत असीं पता ही नहीं ला सकते क्योंकि सीमांत हैगा एक होर इकाई का भोग करन नाल हाल तो एक का भोग ही नहीं किया तो एक होर कित्थों आऊगा, तो सीमांत की हो जाऊगा डैश। हुण मैं पहली इकाई का भोग किया, मैं कहूँगा मेरा कुल तुष्टिगुण जिहड़ा है वो 10 है। ठीक है, वो कह लै हुण एक का भोग किया, एक का बदलाव आ गया। देखो तुहाडा कुल तुष्टिगुण सी पहला 0, हुण हैगा 10, कितना बदलिया 10, तो सीमांत कितना हो जाऊगा 10। फिर मैं 2 रोटियां खादियां, ठीक है, हुण मेरा कुल तुष्टिगुण हो गया 18। हो गया देखो जी पहला 10 सी, हुण कितना हो गया 18, कितना बदलिया 8, तो सीमांत कितना हो गया 8। फिर मैं तीसरी रोटी खादी, फिर हुण मेरा कुल तुष्टिगुण हो गया 24। पहला सी 18, हुण सी है 24, कितना बदलिया 6, तो सीमांत कितना हो जाऊगा 6। फिर मैं चौथी रोटी खादी, हुण मेरा कुल तुष्टिगुण हो गया 28। पहला सी 24, हुण 28, कितना बदलिया 4, तो इत्थे सीमांत कितना हो गया 4। मैं पंजवीं रोटी खादी, मेरा कुल तुष्टिगुण हो गया 30। पहला कितना सी 28, हुण कितना 30, तो इत्थे कितना आ गया 2, तो एक ही हो जाएगा ये तुहाडा वस्तु दी इकाइयां, ये हो जाएगा कुल तुष्टिगुण, ये हो जाएगा सीमांत तुष्टिगुण। ठीक है जी, इन्नी गल समझ लग गई। हुण इस चीज नूं आपां एक होर तरीके नाल भी जिहड़ा है वो दिखा सकते हैं। वो किवें दिखा सकते हैं भी हुण तुसीं आ टेबल जिहड़ा ना ये याद रख लिया जे, टेबल यही दोबारा बनेगा सेम। ठीक है, पूरे चैप्टर दे विच मैं होर टेबल ही नहीं बनान लग्या, मैं पूरे चैप्टर च इहो टेबल बनाऊंगा हर एक बारी। ठीक है, बस एक्सप्लेनेशन दी जिहड़ी आपां वखरी वखरी करदे रहांगे। देखो कई बारी की हुंदा है आपां ना कुल तुष्टिगुण दे विच मार खा जन्ने आ। ठीक है, हुण आपां करांगे कि आपां ना पहला कुल तुष्टिगुण लिखांगे। ठीक है, हुण जे मान लो तुसीं पेपर दे विच एक क्वेश्चन करके आओ तो तुहाडे टीचर नूं थोड़ा पता लगूगा भी पहला तुसीं इह वाला खाना बनाया कि इह वाला खाना बनाया। उन्हां ने देखना भी अखीर ते जाके टोटल टेबल जिहड़ा है पूरा टेबल जिहड़ा है वो सही बनिया कि नहीं बनिया, ਇਹ ਹੋਊਗਾ ਨਾ। ਤਾਂ ਆਪਾਂ ਕੀ ਕਰਾਂਗੇ ਆਪਦੀ ਸਮਝ ਵਾਸਤੇ ਆਪਾਂ ਕੁੱਲ ਤੁਸ਼ਟੀਗੁਣ ਬਣਾਵਾਂਗੇ ਬਾਅਦ ਚ, ਆਪਾਂ ਪਹਿਲਾਂ ਬਣਾਵਾਂਗੇ ਸਿਵਾਂਤ। ਤਾਂ ਕਿ ਸਪੋਜ਼ ਕਰੋ ਤੁਸੀਂ ਪਹਿਲੀ ਰੋਟੀ ਖਾਧੀ, ਪਹਿਲੀ ਰੋਟੀ ਖਾਣ ਨਾਲ ਤੁਹਾਨੂੰ 10 ਤੁਸ਼ਟੀਗੁਣ ਜਿਹੜਾ ਹੈ ਉਹ ਮਿਲ ਗਿਆ। ਠੀਕ ਹੈ, ਪਹਿਲਾਂ ਸਿਰਫ ਸੀਮਾਂਤ ਬਣਾਵਾਂਗੇ, ਕੁੱਲ ਬਣਾਣਾ ਹੀ ਨਹੀਂ, ਬਾਅਦ ਚ ਬਣਾਵਾਂਗੇ ਕੁੱਲ ਦਾ। ਹੁਣ ਜਦੋਂ ਤੁਸੀਂ ਦੂਜੀ ਰੋਟੀ ਖਾਓਗੇ ਨਾ, ਪਹਿਲੀ ਰੋਟੀ ਖਾਣ ਨਾਲ ਤੁਹਾਨੂੰ 10 ਯੂਟਿਲ तुष्टिगुण जिहड़ा है वो मिलिया सी, क्योंकि जो भी आपां तुष्टिगुण मापदे पे आ वो आपां हमेशा उहनूं आपां यूटिल दे विच मापदे पे आ। तां पहली रोटी खाण नाल जिहड़ा तुहानूं यूटिल दे विच जिहड़ा तुष्टिगुण मिलिया वो कितना मिलिया 10 यूटिल। ठीक है, हुण की होएगा, हुण जदों तुसीं दूजी रोटी खाओगे ना तुहानूं उहदे तों पहला नालों घट तुष्टिगुण मिलना है। क्यों? क्योंकि सोचो तुसीं पहली रोटी खाधी, ਤੁਹਾਨੂੰ ਬੜੀ ਭੁੱਖ ਲੱਗੀ ਸੀ ਤਾਂ ਹੀ ਰੋਟੀ ਖਾਣੀ ਸ਼ੁਰੂ ਕਰਦੇ ਆ ਨਾ ਆਪਾਂ। ਜਦੋਂ ਭੁੱਖ ਲੱਗਦੀ ਹੈ ਉਦੋਂ ਹੀ ਰੋਟੀ ਖਾਂਦੇ ਆ। ਤਾਂ ਆਪਾਂ ਨੂੰ ਬੜੀ ਭੁੱਖ ਲੱਗੀ ਸੀ, ਬੜੀ ਭੁੱਖ ਲੱਗੀ ਸੀ ਤੇ ਮੈਂ ਕੀ ਕੀਤਾ ਪਹਿਲੀ ਰੋਟੀ ਖਾਧੀ, ਮੈਨੂੰ ਬੜਾ ਵਧੀਆ ਲੱਗੇਗਾ ਵੀ ਹਾਂ ਵੀ ਮਜ਼ਾ ਆ ਗਿਆ ਪਹਿਲੀ ਰੋਟੀ ਖਾ ਕੇ ਨਾ। ਤਾਂ ਕੀ ਹੋਊਗਾ ਪਹਿਲੀ ਰੋਟੀ ਖਾ ਕੇ ਬੜਾ ਮਜ਼ਾ ਆਏਗਾ ਤਾਂ ਕੀ ਹੋਏਗਾ ਤੁਸ਼ਟੀਗੁਣ ਜਿਹੜਾ ਹੋਏਗਾ ਉਹ ਮਿਲੇਗਾ 10। ਹੁਣ ਤੁਸੀਂ ਕੀ ਕੀਤਾ, ਹੁਣ ਤੁਸੀਂ ਦੂਜੀ ਰੋਟੀ ਖਾਧੀ, ਹੁਣ ਜਦੋਂ ਦੂਜੀ ਰੋਟੀ ਖਾਓਗੇ ਨਾ ਹੁਣ ਤੁਹਾਨੂੰ ਓਨੀ ਭੁੱਖ ਨਹੀਂ ਲੱਗੀ जिन्नी की तुहानूं पहला लगी हुई सी। क्यों? क्योंकि हुण तुसीं एक रोटी खा चुके हो, मतलब हुण ओनी भुख नहीं लगी, मतलब दूजी रोटी दी ओनी लोड़ नहीं हैगी
ਜਿੰਨੀ ਕਿ ਪਹਿਲੀ ਰੋਟੀ ਦੀ ਸੀ, ਕਿਉਂਕਿ ਪਹਿਲੀ ਰੋਟੀ ਦੇ ਟਾਈਮ ਤੇ ਬੜੀ ਭੁੱਖ ਲੱਗੀ ਸੀ ਤੇ ਫਿਰ ਸੰਤੁਸ਼ਟੀ ਜਾਂ ਤੁਸ਼ਟੀ ਗੁਣ ਵੀ ਬਹੁਤ ਜ਼ਿਆਦਾ ਮਿਲਿਆ। ਦੂਜੀ ਰੋਟੀ ਤੇ ਉਨੀ ਭੁੱਖ ਨਹੀਂ ਲੱਗੀ, ਮਤਲਬ ਦੂਜੀ ਰੋਟੀ ਤੇ ਕੀ ਹੋਊਗਾ, ਤੁਸ਼ਟੀ ਗੁਣ ਆਪਾਂ ਨੂੰ ਪਹਿਲਾਂ ਨਾਲੋਂ ਘੱਟ ਮਿਲੇਗਾ। ਤਾਂ ਦੂਜੀ ਰੋਟੀ ਖਾਧੀ ਤਾਂ ਮੈਨੂੰ ਜਿਹੜਾ ਤੁਸ਼ਟੀ ਗੁਣ ਮਿਲਿਆ 8। ਹੁਣ ਮੈਂ 2 ਰੋਟੀਆਂ ਖਾ ਲੀਆਂ। ਹੁਣ ਜਦੋਂ ਮੈਂ ਤੀਜੀ ਰੋਟੀ ਖਾਊਂਗਾ, ਹੁਣ ਕੀ ਹੋਊਗਾ, ਹੁਣ ਤੀਜੀ ਰੋਟੀ ਖਾਣ ਤੇ ਮੈਨੂੰ ਓਨੀ ਭੁੱਖ ਨਹੀਂ ਲੱਗੀ। ਕਿਉਂ ਨਹੀਂ ਲੱਗੀ, ਕਿਉਂਕਿ ਹੁਣ ਮੈਂ 2 ਰੋਟੀਆਂ ਖਾ ਚੁੱਕਿਆ। ਤਾਂ ਤੀਜੀ ਰੋਟੀ ਤੇ ਮੈਨੂੰ ਜਿਹੜਾ ਤੁਸ਼ਟੀ ਗੁਣ ਮਿਲੇਗਾ ਉਹ ਮਿਲੇਗਾ 6। यानी कि हरेक अगली इकाई या हरेक अगली चीज ਦਾ ਜਿਹੜਾ ਮੈਂ ਉਪਭੋਗ ਕਰਾਂਗਾ ਉਹਦੇ ਨਾਲ ਕੀ ਹੋਊਗਾ, ਮੈਨੂੰ ਜਿਹੜਾ ਤੁਸ਼ਟੀ ਗੁਣ ਮਿਲੇਗਾ ਉਹ ਪਹਿਲਾਂ ਨਾਲੋਂ ਘੱਟ ਮਿਲੇਗਾ। ਠੀਕ ਹੈ, ਤਾਂ ਹੀ ਆ ਬਣਾਉਣਾ ਸੌਖਾ ਹੈ ਵੀ ਹਰੇਕ ਵਾਰੀ ਕੀ ਕਰਨਾ, ਇਹਨੂੰ ਘਟਾਣਾ ਹੈ। ਠੀਕ ਹੈ, ਵੀ ਪਹਿਲੇ ਤਾਂ 10 ਮਿਲੀ ਕਿਉਂਕਿ ਬਹੁਤ ਲੋੜ ਸੀ ਤਾਂ ਬਹੁਤ ਸੰਤੁਸ਼ਟੀ ਮਿਲੀ। ਦੂਜੀ ਰੋਟੀ ਖਾਧੀ ਤਾਂ ਓਨੀ ਲੋੜ ਨਹੀਂ ਸੀ ਤਾਂ ਓਨੀ ਸੰਤੁਸ਼ਟੀ ਨਹੀਂ ਮਿਲੀ, ਪਹਿਲਾਂ ਨਾਲੋਂ ਘੱਟ ਮਿਲੀ। ਤਾਂ ਕਿੰਨੀ ਹੋ ਗਈ 8। ਅਗਲੀ ਵਾਰੀ ਕਿੰਨੀ ਹੋ ਗਈ 6। ਹੁਣ ਮੈਂ ਕੀ ਕੀਤਾ, ਹੁਣ ਮੈਂ ਚੌਥੀ ਰੋਟੀ ਖਾ ਲਈ। ਚੌਥੀ ਰੋਟੀ ਖਾਧੀ ਤਾਂ ਮੈਨੂੰ ਹੁਣ ਹੋਰ ਭੁੱਖ ਨਹੀਂ ਲੱਗੀ ਤਾਂ ਮੈਨੂੰ ਸੰਤੁਸ਼ਟੀ ਮਿਲੀ 4। ਮੈਂ ਪੰਜਵੀਂ ਰੋਟੀ ਖਾ ਲਈ, ਮੈਨੂੰ ਹੁਣ ਹੋਰ ਘੱਟ ਭੁੱਖ ਲੱਗੀ ਹੈ, ਮੈਨੂੰ ਸੰਤੁਸ਼ਟੀ ਮਿਲੀ 2। ਮੰਮੀ ਕਹਿੰਦੀ ਚੱਲ ਇੱਕ ਰੋਟੀ ਹੋਰ ਖਾ, ਮੈਂ ਇੱਕ ਰੋਟੀ ਹੋਰ ਖਾ ਲਈ। ਠੀਕ ਹੈ, ਮੈਨੂੰ ਕੋਈ ਸੰਤੁਸ਼ਟੀ ਨਹੀਂ ਮਿਲੀ। ਹੁਣ ਕੁਐਸਚਨ ਉੱਠਿਆ ਵੀ ਜੇ ਮੈਨੂੰ ਸੰਤੁਸ਼ਟੀ ਨਹੀਂ ਮਿਲੀ ਤਾਂ ਫਿਰ ਮੈਂ ਰੋਟੀ ਕਿਉਂ ਖਾਧੀ। ਠੀਕ ਹੈ, ਹੁਣ ਧਿਆਨ ਨਾਲ अगर आप इस चीज नूं एक टेबल दे राही दिखाइए तो हुण इस चीज का की बन सकता है, एक टेबल बन सकता है। हुण देखो टेबल ही बन रहा है, होर की हो रहा है। ठीक है, आ मैं खाने बनाते इस टेबल दे। ठीक है, आ हो गया कुल दृष्टिकोण, सीमांत दृष्टिकोण ते वस्तु दी इकाइयां। आ हो गया पहली इकाई दा, आ हो गया पहली दा, आ हो गया दूजी दा, आ हो गया तीसरी दा, आ हो गया चौथी दा, आ हो गया पंजवीं इकाई दा, आ हो गया छेवीं इकाई दा। जे मैनू छेवीं इकाई तो कोई संतुष्टि मिलती ही नहीं पई सी तां फिर मैं ये छेवीं इकाई क्यों खाधी, यही क्वेश्चन आंदा है। हुण देखो इहनूं आपां एक एग्जांपल नाल समझदे हां। ठीक है, एक बारी की होया कि मैं ना एक घरे रोटी खाण गया। ठीक है, तां मैं रोटी खा ली। रोटी खा के मैनू कहंदे भी हाँ भी ठीक है, मैं कहा हाँ जी बिल्कुल वधिया जी, पेट भर गया जी बस फुल। फिर मैनू कहंदे जी ऐं कर आ खीर है यार, ये भी खा ले। मैं कहा यार चल ठीक है यार खीर भी खा लेंगे। तो मैं खीर भी खा ली। मैनू कहंदे हुणे तो तू क्या सी कि बस 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 मतलब बस भर गई तेरी, ढिड तेरा है वो की हो गया, वो बस है, बस भर गई है। तो फिर खीर किधर गई। मैं क्या सी कि बस भर गई, और ड्राइवर सीट तो खाली से हली, एक खीर जी ड्राइवर सीट ते गई। ठीक है, तो की होया संतुष्टि को नहीं मिलती पई सी, बस की सी नीयत दी भुख सी बिला भी हम खीर आ गई सामने, खीर किवें छड्डा। तो मैं की कीता खीर भी खा ली। तो हालांकि संतुष्टि जी है को नहीं मिली, एवें जबरदस्ती पा गया ढिड च। हुण सोचो भी अई अगर मान लो रोटियां ते होए, बेबे कहंदी चल खा ले एक रोटी, तो मैं की कीता एक रोटी खा ली एवें, चल ठीक है मम्मी कहंदी पई है तो आपां खा लैंदे आ। हुण की होया मम्मी ने जबरदस्ती मैनूं 7वीं रोटी खवाती। हुण की होगा, हुण इह 7वीं रोटी दा जिहड़ा प्रभाव तुहाडे ते पएगा ना, ਉਹ ਸਵੇਰੇ ਤੁਹਾਨੂੰ ਬਾਥਰੂਮ 'ਚ ਪਤਾ ਲੱਗੂਗਾ ਜਾ ਕੇ, ਜੇ ਤੁਹਾਡਾ ਪੇਟ ਖਰਾਬ ਹੋਊਗਾ। ਠੀਕ ਹੈ, ਜਦੋਂ ਪੇਟ 'ਚ ਗੁੜ 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 ਹੋਊਗੀ ਤੇ ਜਦੋਂ ਪੇਟ ਖਰਾਬ ਹੋਏਗਾ ਉਦੋਂ ਤੁਹਾਨੂੰ ਪਤਾ ਲੱਗੇਗਾ। ਤੁਸੀਂ ਹੁਣ ਕੀ ਕਹੋਗੇ, ਯਾਰ 7ਵੀਂ ਰੋਟੀ ਯਾਰ ਮਾੜੀ ਕਰ ਗਈ। ਮਾੜੀ ਕਰ ਗਈ ਮਤਲਬ ਹੁਣ ਜਿਹੜਾ ਤੁਸ਼ਟੀ ਗੁਣ ਕੀ ਹੋ ਗਿਆ, ਮਾਈਨਸ 'ਚ ਜਾਏਗਾ ਤੁਹਾਡਾ। ਮਾਈਨਸ 'ਚ ਜਾਣ ਦਾ ਮਤਲਬ ਕੀ ਹੈ ਵੀ ਹੁਣ ਜਿਹੜਾ ਉਸ ਚੀਜ਼ ਦਾ ਤੁਸ਼ਟੀ ਗੁਣ ਸੀ ਉਹ ਕੀ ਕਰ ਰਿਹਾ ਹੈ, ਤੁਹਾਨੂੰ ਖਰਾਬ ਕਰ ਰਿਹਾ ਹੈ। ਠੀਕ ਹੈ, ਤਾਂ ਤੁਸ਼ਟੀ ਗੁਣ ਕੀ ਹੋ ਸਕਦਾ ਹੈ, ਮਾਈਨਸ ਵੀ ਹੋ ਸਕਦਾ ਜੇ। ਠੀਕ ਹੈ, ਤਾਂ ਹੁਣ ਕੀ ਹੋਗਾ, ਹੁਣ ਆ ਟੇਬਲ ਆਪਣੇ ਕੋਲ ਬਣ ਗਿਆ ਇਸ ਚੀਜ਼ ਦਾ ਸੀਮਾਂਤ ਤੁਸ਼ਟੀ ਗੁਣ ਦਾ। ਠੀਕ ਹੈ, ਹੁਣ ਇਹਦੇ ਤੋਂ ਆਪਾਂ ਕੁੱਲ ਤੁਸ਼ਟੀ ਗੁਣ ਬਣਾਵਾਂਗੇ, ਉਹ ਸੌਖਾ ਹੋ ਜਾਊਗਾ। ਕਿਸ ਤਰ੍ਹਾਂ, ਦੇਖੋ ਪਹਿਲੀ ਰੋਟੀ ਖਾਧੀ, ਪਹਿਲੀ ਰੋਟੀ ਖਾਣ ਨਾਲ ਆਪਾਂ ਨੂੰ 10 ਤੁਸ਼ਟੀ ਗੁਣ ਮਿਲਿਆ ਤਾਂ ਆਪਾਂ ਕਹਾਂਗੇ ਇੱਕ ਹੀ ਰੋਟੀ ਖਾਧੀ ਹੈ ਤਾਂ ਕੁੱਲ ਤੁਸ਼ਟੀ ਗੁਣ ਵੀ ਕਿੰਨਾ ਹੋ ਗਿਆ 10। ਦੂਜੀ ਰੋਟੀ ਖਾਧੀ ਤਾਂ ਦੂਜੀ ਨਾਲ ਮਿਲਿਆ 8। ਠੀਕ ਹੈ, ਪਹਿਲੀ ਤੋਂ 10 ਦੂਜੀ ਤੋਂ 8। कोई मैंने पूछे भी दोवां तो किन्ना, मैं कहूंगा अच्छा ठीक है जी, लो जी पहली तो 10 दूजी तो 8 तो मैं कीता दोवां दा जोड़, तो की हो गया दोवां दा किन्ना जोड़ आया 18, तो कुल तुष्टि गुण किन्ना आ गया 18। हुण तो मैंने पूछे हुण तीजी तो किन्ना, मैं कहूंगा तीजी तो 6,
ਉਹ ਕਹਿੰਦਾ ਹੁਣ 3 ਤੋਂ ਕਿੰਨਾ, ਮੈਂ ਕਿਹਾ ਵੀ ਲੈ ਵੀ 2 ਤੋਂ 18 ਸੀ, ਤੀਜੀ ਤੋਂ 6 ਹੈ ਤਾਂ 3 ਤੋਂ ਕਿੰਨਾ ਹੋ ਗਿਆ 24, ਤਾਂ ਇੱਥੇ ਕਿੰਨਾ ਆ ਗਿਆ 24। ਹੁਣ ਤੁਹਾਨੂੰ ਯਾਦ ਨਹੀਂ ਰੱਖਣਾ ਪੈਣਾ, ਸਿਰਫ ਸੀਮਾਂਤ ਯਾਦ ਰੱਖੋ ਵੀ ਸੀਮਾਂਤ ਕੀ ਕਰਨਾ ਹੈ, ਹਰੇਕ ਵਾਰੀ ਜਿਹੜਾ ਅਗਲਾ ਸੀਮਾਂਤ ਲਿਖਣਾ ਹੈ ਉਹ ਪਿਛਲੇ ਵਾਲੇ ਨਾਲੋਂ ਘੱਟ ਲਿਖਣਾ ਹੈ, ਕਿਉਂਕਿ ਤੁਸ਼ਟੀ ਗੁਣ ਕਿੰਨਾ ਮਿਲੇਗਾ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਆਪਾਂ ਨੂੰ ਉਸ ਚੀਜ਼ ਦੀ ਕਿੰਨੀ ਲੋੜ ਹੈ। ਹਰੇਕ ਅਗਲੀ ਵਾਰੀ ਲੋੜ ਕੀ ਹੋਊਗਾ, ਘਟਦੀ ਜਾਏਗੀ, ਤਾਂ ਫਿਰ ਜਿਹੜਾ ਤੁਸ਼ਟੀ ਗੁਣ ਹੈ ਉਹ ਵੀ ਕੀ ਹੋਏਗਾ, ਘਟਦਾ ਜਾਏਗਾ। ਜੋ ਵੀ ਆ ਗਿਆ। ਹੁਣ ਕਹਿੰਦੇ ਲੈ ਵੀ ਚੌਥੀ ਤੋਂ ਕਿੰਨਾ ਮਿਲਿਆ, ਮੈਂ ਕਹਾਂਗਾ 4। ਉਹ ਕਹਿੰਦਾ ਅੱਛਾ ਚਾਰਾਂ ਤੋਂ ਕਿੰਨਾ ਮਿਲਿਆ, ਮੈਂ ਕਹਾਂਗਾ 3 ਤੋਂ ਮਿਲਿਆ ਸੀ 24, ਚੌਥੀ ਤੋਂ ਮਿਲਿਆ 4 ਹੋਰ, ਤਾਂ ਜੋੜ ਦੋ ਤਾਂ ਕਿੰਨਾ ਆ ਗਿਆ 28। ਠੀਕ ਹੈ। ਕਹਿੰਦਾ ਪੰਜਵੀਂ ਤੋਂ ਕਿੰਨਾ, ਮੈਂ ਕਹਾਂਗਾ 2, ਚੱਲ ਕਹਿੰਦਾ ਮੈਂ ਆ ਵੀ 2 ਵੀ ਜੋੜ ਦੇਣਾ, ਤਾਂ ਹੁਣ ਕਿੰਨਾ ਆ ਗਿਆ 30, ਤਾਂ 5 ਤੋਂ ਕਿੰਨਾ ਆ ਗਿਆ 30। ਹੁਣ 5 ਤੋਂ 30 ਹੈ। ਛੇਵੀਂ ਤੋਂ ਕਿੰਨਾ ਮਿਲਿਆ 0, ਤਾਂ 30 ਚ ਜੁੜਿਆ 0, ਤਾਂ ਟੋਟਲ ਕਿੰਨਾ ਆ ਗਿਆ 30। ਸੱਤਵੀਂ ਤੋਂ ਕਹਿੰਦਾ ਹੁਣ ਕਿੰਨਾ -2, ਹੁਣ ਮੈਂ ਜੋੜਨਾ ਹੈ ਪਰ ਉਹ ਮਾਈਨਸ ਵਿੱਚ ਹੈ, ਤਾਂ 30 ਤੋਂ 2 ਕੀ ਹੋ ਜਾਊਗਾ, ਘਟ ਜਾਊਗਾ, ਕਿੰਨਾ ਆ ਗਿਆ 28। ਤਾਂ ਇਹ ਹੋ ਗਿਆ ਆਪਣਾ ਕੁੱਲ ਤੁਸ਼ਟੀ ਗੁਣ। ਠੀਕ ਹੈ। ਤਾਂ ਕਿੰਨਾ ਲਿਖਣਾ ਹੈ, ਇਹ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਇਹਦੇ ਵਿੱਚ। ਇਹਦਾ ਤੋੜ ਇਹ ਹੈ ਵੀ ਆਪਾਂ ਕੀ ਕਰਾਂਗੇ, ਪਹਿਲਾਂ ਸੀਮਾਂਤ ਤੁਸ਼ਟੀ ਗੁਣ ਬਣਾਵਾਂਗੇ, ਹਮੇਸ਼ਾ ਅਗਲੇ ਨੂੰ ਘਟਾ ਦੇਣਾ। ਠੀਕ ਹੈ। ਹੁਣ ਜ਼ਰੂਰੀ ਨਹੀਂਗਾ ਕਿ ਮੈਂ 10 8 6 4 2 0 -2 ਲਿਖਿਆ ਹੈ, ਤੁਸੀਂ ਵੀ ਇਹੀ ਲਿਖਣਾ ਹੈ ਨਾ, ਕੋਈ ਕਾਨੂੰਨ ਨਹੀਂ ਹੈਗਾ ਇਸ ਤਰ੍ਹਾਂ ਦਾ। ਬਸ ਕੀ ਕਰਨਾ ਹੈ, ਜਿਹੜਾ ਇੱਥੇ ਲਿਖੋ ਅਗਲੀ ਰਕਮ ਪਿਛਲੇ ਵਾਲੇ ਨਾਲੋਂ ਘੱਟ ਹੋਣੀ ਚਾਹੀਦੀ ਹੈ। ਹੁਣ ਤੁਸੀਂ ਇੱਥੇ 9 ਵੀ ਲਿਖ ਸਕਦੇ ਹੋ, ਤੁਸੀਂ ਇੱਥੇ 9.5 ਵੀ ਲਿਖ ਸਕਦੇ ਹੋ। ਠੀਕ ਹੈ। ਹੁਣ ਇਹ ਵੀ ਨਹੀਂ ਹੈਗਾ ਵੀ ਸਾਰੇ ਜਿਹੜੇ ਨੇ ਉਹ ਆਪਾਂ ਬਰਾਬਰ ਹੀ ਘਟਾਣੇ ਆ, ਵੀ 10 ਤੋਂ ਬਾਅਦ 2 ਘਟਾਇਆ, ਫਿਰ 2 ਫਿਰ 2 ਫਿਰ 2 ਫਿਰ 2 ਫਿਰ 2, ਐਵੇਂ ਨਹੀਂ, ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ। 10 ਤੋਂ 9.5 ਲਿਖ ਦਿਓ, 9.5 ਤੋਂ ਬਾਅਦ 5 ਲਿਖ ਦਿਓ, 5 ਤੋਂ ਬਾਅਦ 3 ਲਿਖ ਦਿਓ, 3 ਤੋਂ ਬਾਅਦ 2 ਲਿਖ ਦਿਓ, 2 ਤੋਂ ਬਾਅਦ 1 ਲਿਖ ਦਿਓ, 1.5 ਲਿਖ ਦਿਓ, ਜਿੰਨਾ ਮਰਜ਼ੀ ਲਿਖ ਦਿਓ, ਪਰ ਇਹ ਧਿਆਨ ਰੱਖਿਆ ਜੇ ਵੀ ਜਿਹੜਾ ਅਗਲਾ ਸੀਮਾਂਤ ਤੁਸ਼ਟੀ ਗੁਣ ਲਿਖਣਾ ਹੈ ਉਹ ਪਿਛਲੇ ਵਾਲੇ ਨਾਲੋਂ ਘੱਟ ਲਿਖਣਾ ਹੈ। ਬਸ ਇੰਨਾ ਯਾਦ ਰੱਖਣਾ ਹੈ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸੀਮਾਂਤ ਤੁਸ਼ਟੀ ਗੁਣ ਬਣਾਓ, ਸੀਮਾਂਤ ਤੁਸ਼ਟੀ ਗੁਣ ਨੂੰ ਇੱਕ ਇੱਕ ਕਰਕੇ ਜੋੜਦੇ ਜਾਓ, ਉਹ ਕੀ ਹੋ ਜਾਏਗਾ, ਤੁਹਾਡਾ ਕੁੱਲ ਤੁਸ਼ਟੀ ਗੁਣ ਜਿਹੜਾ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ। ਠੀਕ ਹੋ ਗਿਆ। ਤਾਂ ਇਹ ਸੀ ਆਪਣਾ ਜਿਹੜਾ ਤੁਸ਼ਟੀ ਗੁਣ ਹੈ ਉਹਦੀਆਂ 3 ਕਿਸਮਾਂ। ਪਹਿਲਾ ਆਰੰਭਿਕ ਤੁਸ਼ਟੀ ਗੁਣ, ਦੂਜਾ ਕੁੱਲ ਤੁਸ਼ਟੀ ਗੁਣ, ਤੇ ਤੀਜਾ ਆਪਣਾ ਸੀਮਾਂਤ ਤੁਸ਼ਟੀ ਗੁਣ ਜਿਹੜਾ ਹੈ ਉਹ ਹੋ ਜਾਏਗਾ। ਗੱਲ ਕਲੀਅਰ ਹੋਗੀ। ਤਾਂ ਇਹ ਸੀ ਆਪਣਾ ਅੱਜ ਦਾ ਲੈਕਚਰ। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰੋਮ ਮਾਈ ਸਾਈਡ। ਥੈਂਕ ਯੂ ਵੈਰੀ ਮਚ।